ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। गुरु साहिबान खिलाफ गलत शब्दावली वाली ऑडियो सोशल मीडिया ते हो रही वायरल। सिख संगठनां च पाया जा रहा रोस। पुलिस कमिश्नर दफ्तर बाहर दिता धरना। साइकिल इंडस्ट्री ते इनकम टैक्स दा छापा। कारोबारी दियां घरां ते फैक्ट्रियां ते मारी रेट। कंप्यूटर लैपटॉप ते बिलां दी भी कीती जांच। CBSE ने पंजाबी भाषा नूं कढिया सिलेबस चों बाहर। प्रगट सिंह ने केंद्र दे इस फैसले दी कीती निखेधी। कहा पंजाबी नूं सिलेबस तों बाहर करना निंदणयोग। हरसिमरत बादल दा लुधियाना दौरा। गुरुद्वारा शहीदा साहिब विखे नतमस्तक होए हरसिमरत बादल। शहर वासियां दे नाल कीता राबता कायम। श्री गुरु अमरदास जी दे प्रकाश पुरब दीआं तैयारियां। प्रकाश पुरब मौके सजाया गया विशाल नगर कीर्तन। फुल्लां दे नाल सजाई गई पालकी। द न्यू एज सिंड्रेला कलैक्शन हुई लॉन्च। स्टाइलिस्ट भावना ने दिते फैशन टिप्स। नवे ते ट्रेंडी फैशन तो करवाया जाणू। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ ਤੇ ਗੁਰੂ ਸਾਹਿਬਾਨਾਂ ਦੇ ਖਿਲਾਫ ਇੱਕ ਆਡੀਓ ਵਾਇਰਲ ਕਰਨ ਵਾਲਿਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ। ਪਰ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕੁਝ शिव सेना ਦੇ ਆਗੂ ਸਿੱਖ ਜਥੇਬੰਦੀਆਂ ਦੇ ਨਾਲ ਭਿੜ ਗਏ। ਪਰ ਲੇਕਿਨ ਪੁਲਿਸ ਦੇ ਵੱਲੋਂ ਮੌਕੇ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। सोशल मीडिया ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਦੇ ਵਿੱਚ ਪਹਿਲੀ ਪਾਤਸ਼ਾਹੀ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤੀ ਗਈ, ਉਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਇਹਦੇ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਉਸ ਸਮੇਂ ਜਿਹੜਾ ਹੈਗਾ ਇੱਥੇ ਇਹ ਸ਼ਿਵ ਸੈਨਾ ਦੇ ਲੀਡਰ ਇੱਥੇ ਇਹ ਜਿਹੜੇ ਆਫਿਸ ਦੇ ਵਿੱਚ ਆਏ ਸੀ ਵੀ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਾਫੀ ਮਾਹੌਲ ਤਣਾਅਪੂਰਨ ਹੋਇਆ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਮੌਜੂਦ ਸੀ। ਪੁਲਿਸ ਵੱਲੋਂ ਤੁਰੰਤ ਜਿਹੜਾ ਹੈਗਾ ਮੌਕੇ ਨੂੰ ਸਾਂਭਿਆ ਗਿਆ। ਲੇਕਿਨ ਫਿਲਹਾਲ ਦੀ ਘੜੀ ਕਾਫੀ ਜਿਹੜਾ ਗੁੱਸਾ ਦਿਖਾਈ ਦੇ ਰਿਹਾ ਹੈਗਾ। ਸਿੱਖ ਜਿਹੜੇ ਯੂਥ ਲੀਡਰ ਆਏ ਨੇ ਜਾਂ ਨਿਹੰਗ ਸਿੰਘ ਆਏ ਉਹਨਾਂ ਵਿੱਚ ਕਾਫੀ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਜਿਵੇਂ ਮਾਹੌਲ ਕਾਫੀ ਸ਼ਿਵ ਸੈਨਾ ਵਾਲੇ ਆਏ ਕਿਉਂ ਇੱਥੇ ਕੀ ਗੱਲ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਿਲ ਅਰੋੜਾ ਦਾ ਮੁੱਦਾ ਤੁਹਾਨੂੰ ਪਤਾ ਹੀ ਹੈ। ਉਸ ਮੁੱਦੇ 'ਚ ਗੁਰਸਿਮਰਨ ਸਿੰਘ ਮੰਡ ਦਾ ਇੱਥੇ ਆਉਣਾ ਨਾਲ ਉਹ ਟੰਡਨ ਜਿਹੜਾ ਗੰਜਾ ਜਿਹਾ ਕੀ ਨਾਂ ਉਹਦਾ ਪਤਾ ਨਹੀਂ ਵੀ ਅੱਗੇ ਹੀ ਇੰਨੀ ਅੱਗ ਫਿਰਕਾ ਪ੍ਰਸਤੀ ਦੀ ਲੋਕ ਫੈਲਾ ਰਹੇ ਨੇ। ਹਿੰਦੂ ਸਿੱਖ ਦਾ ਮੁੱਦਾ ਬਣਾ ਰਹੇ ਨੇ। ਆ ਵੀਰ ਹਿੰਦੂ ਆ, ਮੇਰਾ ਲੰਗੋਟੀਆ ਯਾਰ ਹੈ, ਪੰਡਤ ਆ, ਘਰੋਂ ਪਰਿਵਾਰੋਂ ਆਇਆ ਹੋਇਆ। ਗੁਰੂ ਨਾਨਕ ਸਮੁੱਚੀ ਵਾਲਤਾ ਦਾ ਸਾਂਝਾ ਹੈ। ਗੁਰੂ ਨਾਨਕ ਕਿਸੇ ਇੱਕ ਦਾ ਨਹੀਂ, ਹਿੰਦੂਆਂ ਦਾ ਵੀ ਉਹਨਾਂ ਹੈ, ਸਿੱਖਾਂ ਦਾ ਵੀ, ਹਰ ਰਿਲੀਜਨ ਦਾ। ਸੋ ਇਹ ਲੋਕ ਜਿਹੜੇ ਇੱਦਾਂ ਦੀ ਭੱਦੀ ਸ਼ਬਦਾਵਲੀ ਗੁਰੂ ਸਾਹਿਬ ਨੂੰ ਵਰਤਦੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੇ ਇਹਨਾਂ ਤੇ ਜੇ ਨਾ ਕਾਰਵਾਈ ਹੋਈ ਤਾਂ ਇਹ ਸੰਘਰਸ਼ ਬਹੁਤ ਤਿੱਖਾ ਹੋ ਸਕਦਾ ਹੈ। ਤੇ ਇਹ ਜਿਹੜੇ ਮੰਡ ਵਰਗੇ ਇਹਨਾਂ ਨੂੰ ਚੇਤਾਵਨੀ ਦਿੰਦੇ ਅਸੀਂ ਵੀ ਜੇ ਹੁਣ ਬਹੁਤਾ ਟੱਪੇ ਨਾ ਤੁਹਾਨੂੰ ਘਰ ਤੋਂ ਘਰ ਮਿਲਾਂਗੇ, ਹੋਮ ਟੂ ਹੋਮ ਮਿਲਾਂਗੇ। ਵਾਹਿ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਨਾਲ ਇਹ ਹੋਇਆ? ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਸ ਹਿਸਾਬ ਦੇ ਨਾਲ ਇਹ ਜਿੱਦਾਂ ਦੀਆਂ ਗੱਲਾਂ ਕਰਦਾ ਉਹਨੂੰ ਕਿ ਜਾਂ ਤਾਂ ਆਪਣਾ ਸਟੈਂਡ ਰੱਖ। ਹੁਣ ਭੱਜ ਕਿਉਂ ਗਿਆ? ਜੇ ਇੰਨੇ ਕੁ ਜੋਗਾ ਹੈਗਾ ਹੀ ਸੀਗਾ ਤੂੰ ਬੋਲ ਸਕਦਾ ਤਾਂ ਫਿਰ ਖੜ। ਜੇ ਤੂੰ ਸਹੀ ਆ ਕਿਸੇ ਗੱਲ ਦੇ ਉੱਤੇ ਆ ਤਾਂ ਸਹੀ ਸਾਹਮਣੇ ਗੱਲ ਤਾਂ ਕਰ। ਲੱਗਦਾ ਨਹੀਂ ਵੀ ਇਹ ਮਾਹੌਲ ਖਰਾਬ ਕਰਨ ਲਈ ਇੱਥੇ ਕੌਣ ਜਿਹੜੇ ਮੰਡੋ ਨਹੀਂ ਆਏ ਨੇ ਜਾਂ ਇੱਥੇ ਸ਼ਿਵ ਸੈਨਾ ਵਾਲੇ ਪਹੁੰਚੇ ਨੇ ਮਾਹੌਲ ਉਹ ਤਾਂ ਕਰਨਗੇ ਜੀ। ਉਹਨਾਂ ਨੂੰ ਆਪਦਾ ਫਿਕਰ ਪਿਆ ਹੋਇਆ। ਉਹ ਮਾਹੌਲ ਜੇ ਉਹਨਾਂ ਨੂੰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੀ ਸੀ। ਉਹਦਾ ਕੋਈ ਮਤਲਬ ਬਣਦਾ ਸੀਗਾ ਕੋਈ ਗੱਲ ਕਰਨ ਦਾ? ਡਰ ਕੇ ਸਿਕਿਉਰਿਟੀ ਕਿੱਥੇ ਗਈ? ਡਿੱਗਿਆ ਮੰਡ ਦੀ ਪੱਗ ਲੈ ਗਈ ਇੱਥੇ ਡਿੱਗ ਕੇ। ਆਪ ਭੱਜਦੇ ਵੀ ਲਈ ਹੈ, ਕਿਸੇ ਨੇ ਨਹੀਂ ਲਾਈ। ਸਾਨੂੰ ਉਹਦੀ ਪੱਗ ਦਾ ਵੀ ਸਤਿਕਾਰ ਆ ਪਰ ਉਹਦੀ ਪੱਗ ਲਈ ਕਿਉਂ? ਭੱਜਿਆ ਉਹ, ਸਿਕਿਉਰਿਟੀ ਰੱਖੀ ਤਾਂ ਵੀ ਭੱਜਦਾ। ਇੱਥੇ ਕਰਨ ਕੀ ਆਏ ਹੋ ਤੁਸੀਂ? ਤੁਸੀਂ ਬਾਅਦ ਚੋਂ ਆਪਣਾ ਦੇ ਲਓ ਜਿਹੜਾ ਬਿਆਨ ਦੇਣਾ। ਸਾਹਿਬ ਜੀ ਨੂੰ ਪਤਾ ਕਿ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ। ਅਨਿਲ ਅਰੋੜਾ ਤੇ ਇਹਦੇ ਕੋਈ ਸਾਥੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਪਿਤਾ ਬਾਰੇ ਉਹ ਸ਼ਬਦਾਵਲੀ ਬੋਲੀ ਹੈ ਜਿਹੜਾ ਕਿਸੇ ਆਮ ਵਿਅਕਤੀ ਬਾਰੇ ਵੀ ਆਪਣੇ ਪਿਤਾ ਬਾਰੇ ਨਹੀਂ ਕੋਈ ਬੋਲ ਸਕਦਾ। ਸੋ ਇਹਦੇ ਨਾਲ ਸਿੱਖ ਭਾਵਨਾਵਾਂ ਹਿਰਦੇ ਵਿਲੁੰਝੇ ਗਏ ਨੇ। ਉਹ ਪਿਛਲੇ ਬੜੇ ਲੰਬੇ ਸਮੇਂ ਤੋਂ ਅਨਿਲ ਅਰੋੜਾ ਜਿਹੜਾ ਹੈਗਾ ਇਹ 2 ਫਿਰਕਿਆਂ ਦੇ ਵਿੱਚ ਫਸਾਣ ਕਰਾਉਣ ਦਾ ਵੱਡਾ ਯਤਨ ਕਰ ਰਿਹਾ। ਤੇ ਕੱਲ੍ਹ ਵੀ ਉਸੇ ਆੜ ਦੇ ਵਿੱਚ ਇਹਨੇ
ਆਡੀਓ ਜਿਹੜੀ ਵਾਇਰਲ ਕੀਤੀ ਹੈ ਤੇ ਸਾਡੇ ਸਿੱਖ ਨੌਜਵਾਨਾਂ ਨੇ ਜਾ ਕੇ ਕੱਲ ਸ਼ਿੰਗਾਰ ਚੌਂਕੀ ਜਾ ਕੇ ਐਫਆਈਆਰ ਦਰਜ ਕਰਾਈ 295 ਦੀ। ਬੜੀ ਮੁਸ਼ਕਲ ਦੇ ਨਾਲ ਜੱਦੋ ਜਹਿਦ ਦੇ ਨਾਲ ਜਾ ਕੇ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਕੱਲ੍ਹ ਰਾਤ ਦਾ ਪਰਚਾ ਦਰਜ ਹੈ, ਹਜੇ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਈ। ਹੁੰਦਾ ਕਿਤੇ ਥੋੜਾ ਬਹੁਤ ਕਿਸੇ ਨੇ ਕੁਝ ਕਹਿਤਾ ਜਾਂ ਕਿਸੇ ਸੋਸ਼ਲ ਮੀਡੀਆ ਤੇ ਬੰਦੇ ਨੇ ਕਿਸੇ ਨੇ ਪਾਤਾ, ਪਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹ ਸਿੱਖ ਧਰਮ ਨਾਲ ਹੀ ਜ਼ਿਆਦਾ ਹੋ ਰਹੀਆਂ ਨੇ। ਜਿਹੜੀ ਸਿਆਸਤ ਦੀ ਗੱਲ ਆ ਇਹ ਤਾਂ ਜੀ ਹੁਣ ਕਲੀਅਰ ਹੋ ਚੁੱਕਿਆ। ਜਿਹੜੀ ਬੇਅਦਬੀ ਉੱਥੇ ਹੋਈ ਆ ਸਿੰਘੂ ਬਾਰਡਰ ਤੇ, ਜੋ ਬੰਦਾ ਬੇਅਦਬੀ ਕਰਨ ਆਇਆ ਸੀ, ਉੱਥੋਂ ਕਲੀਅਰ ਹੋ ਚੁੱਕਿਆ ਕਿ ਇਹਦੇ ਪਿੱਛੇ ਇੱਕ ਸਰਕਾਰ ਦੀ ਬਹੁਤ ਵੱਡੀ ਚਾਲ ਆ, ਉਹ ਸੈਂਟਰ ਸਰਕਾਰ ਦੀ ਚਾਲ ਆ। ਉਹਨਾਂ ਰਾਹੀਂ ਇਹ ਹੋ ਰਿਹਾ ਜੋ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ। ਪਰ ਜਿਹੜਾ ਲੁਧਿਆਣੇ ਦੇ ਵਿੱਚ ਤੁਸੀਂ ਦੇਖੋਗੇ ਵੀ ਜਿਵੇਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਵੀ ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਇੱਕ ਬੀਜੇਪੀ ਦੇ ਲੀਡਰ ਨੇ ਕਿਸਾਨਾਂ ਦੇ ਉੱਤੇ ਜੀਪ ਚੜਾਤੀ। ਪਰ ਸਾਡੇ ਜਿਹੜੇ ਲੁਧਿਆਣੇ ਦੇ ਹਿੰਦੂ ਲੀਡਰ ਕਹਾਉਂਦੇ ਨੇ ਆਪਣੇ, ਜਿਵੇਂ ਰੋਹਿਤ ਸਾਹਨੀ ਆ, ਇਹ ਅਨਿਲ ਅਰੋੜਾ ਵਾ, ਇੱਕ ਆ ਤੁਸੀਂ ਦੇਖਿਆ ਹੋਣਾ ਹੁਣੀ ਅੰਦਰ ਗਿਆ ਵਾ ਅਮਿਤ ਅਰੋੜਾ ਵਾ, ਇਹ ਕੀ ਪੇਸ਼ ਕਰਦੇ ਨੇ ਕਿ ਇਹ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਨੇ। ਮਤਲਬ ਕਿ ਕਿਸਾਨਾਂ ਦਾ ਤੁਸੀਂ ਜੇ ਕਿਸਾਨਾਂ ਨੂੰ ਅੱਤਵਾਦੀ ਇਹ ਪੇਸ਼ ਕਰ ਰਹੇ ਨੇ। ਇਹਨਾਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਇੱਥੇ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਇਹਨਾਂ ਨੇ ਉਹਦੇ ਤੇ ਕੋਈ ਗੱਲ ਨਹੀਂ ਕੀਤੀ। ਲਖੀਮਪੁਰ ਖੀਰੀ ਦੇ ਵਿੱਚ ਇਹਨਾਂ ਨੇ ਨਹੀਂ ਕਿਹਾ ਬੀਜੇਪੀ ਵਾਲਿਆਂ ਨੇ ਗਲਤ ਕੀਤਾ, ਉਹ ਵੀ ਤਾਂ ਇੱਕ ਕਤਲੇਆਮ ਹੈ। ਜੋ ਬੰਦੇ ਨੂੰ ਆਪਾਂ ਮਾਰ ਦੇਣਾ ਜੀਪ ਚੜਾ ਕੇ, ਉਹ ਵੀ ਕਤਲੇਆਮ ਹੀ ਕੀਤਾ ਉਹਨਾਂ ਨੇ, ਸ਼ਰੇਆਮ ਜੀਪਾਂ ਚੜਾ ਕੇ ਉੱਪਰ ਮਾਰ ਦਿੱਤਾ। ਦੀ ਲੋਕ ਆਉਂਦੇ ਆ ਇੱਥੇ, ਕਮਿਸ਼ਨਰ ਦਫ਼ਤਰ ਆਉਂਦੇ ਆ। ਪੁਲਿਸ ਦਾ ਦੇਖੋ ਪਹਿਲਾ ਫਰਜ਼ ਬਣਦਾ ਸ਼ਹਿਰ ਦੇ ਵਿੱਚ ਅਮਨ ਅਮਾਨ ਰੱਖਣਾ, ਲੇਕਿਨ ਪੁਲਿਸ ਜਾਂ ਵਿਧਾਨ ਸਭਾ ਜਾਂ ਸਾਰੇ ਲੀਡਰ ਜਾਂ ਪੰਜਾਬ ਦਾ ਮੁੱਖ ਮੰਤਰੀ ਜਦੋਂ ਵੀ ਕੋਈ ਤੁਰੰਤ ਕਾਰਵਾਈ ਹੁੰਦੀ ਹੈ ਪੰਥ ਵੱਲੋਂ ਤਾਂ ਉਹਦੇ ਲਈ ਸਿੱਟ ਬਣਾਈ ਜਾਂਦੀ ਹੈ, ਤੁਰੰਤ ਗ੍ਰਿਫਤਾਰੀ ਹੁੰਦੀ ਹੈ, ਛਾਪੇਮਾਰੀ ਹੁੰਦੀ ਹੈ। ਲੇਕਿਨ ਇਹ ਬੰਦੇ ਪਿਛਲੇ ਕਈ ਸਾਲਾਂ ਤੋਂ ਪੁਲਿਸ ਦੀ ਕਸਟਡੀ 'ਚ, ਪੁਲਿਸ ਇਹਨਾਂ ਨੂੰ ਦਿੰਦੀ ਆ ਪ੍ਰੋਟੈਕਸ਼ਨ, ਮੁੱਖ ਮੰਤਰੀ ਦਿੰਦਾ ਇਹਨਾਂ ਨੂੰ ਪ੍ਰੋਟੈਕਸ਼ਨ, ਵਿਧਾਨ ਪਾਲਿਕਾ ਹਾਈ ਕੋਰਟ ਦਿੰਦੀ ਇਹਨਾਂ ਨੂੰ ਪ੍ਰੋਟੈਕਸ਼ਨ। ਪਰ ਹੁਣ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਗੈਂਗਸਟਰ ਵੀਰਾਂ ਨੂੰ ਕਿ ਪੁਲਿਸ ਨੇ ਤੁਹਾਨੂੰ ਮਾਰਨਾ, ਪੁਲਿਸ ਨੇ ਤੁਹਾਨੂੰ ਮਾਰਨਾ। ਖਾਲਸਾ ਪੰਥ ਦਾ ਕੰਮ ਸੌਖਾ ਕਰੋ। ਦੀਵਾਲੀ ਆ ਰਹੀ ਆ, ਦੀਵਾਲੀ ਧੂਮਧਾਮ ਨਾਲ ਮਨਾਈਏ ਅਸੀਂ। ਇਹ ਬੰਦੇ ਅਗਰ ਜੇਲ੍ਹ 'ਚ ਜਾਂਦੇ ਆ ਤਾਂ ਜੇਲ੍ਹ 'ਚ ਇਹਨਾਂ ਦਾ ਪੂਰੀ ਸੇਵਾ ਕਰੋ। ਮੇਰੇ ਤੇ ਰਿਕਾਰਡ ਆ, ਜੇ ਤੁਹਾਨੂੰ ਕਾਰਵਾਈ ਕਰਨੀ ਤਾਂ ਕਰ ਸਕਦੇ ਹੋ, ਕਿਉਂਕਿ ਤੁਸੀਂ ਪ੍ਰਸ਼ਾਸਨ ਨੇ ਕਿਸੇ ਤੇ ਕਾਰਵਾਈ ਨਹੀਂ ਕਰਨੀ। ਇਨਕਮ ਟੈਕਸ ਵਿਭਾਗ ਦੇ ਵੱਲੋਂ ਲੁਧਿਆਣਾ ਸਾਈਕਲ ਇੰਡਸਟਰੀ ਦੇ ਨਾਲ ਜੁੜੇ ਕਈ ਵੱਡੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਤੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਦੇ ਕੰਪਿਊਟਰ ਲੈਪਟਾਪ ਬਿੱਲਾਂ ਦੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਂਚ ਕੀਤੀ ਗਈ। ਤੇ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਲਗਭਗ 30 ਦੇ ਕਰੀਬ ਟੀਮਾਂ ਦੇ ਵੱਲੋਂ ਹੁਣ ਹਰਿਆਣਾ ਦੀਆਂ ਵੱਖ-ਵੱਖ ਫੈਕਟਰੀਆਂ ਤੇ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਤੇ ਜਿਨ੍ਹਾਂ ਫੈਕਟਰੀਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਨੀਲਮ ਸਾਈਕਲ, ਰੌਕਾ ਸਾਈਕਲ, ਗੁਰਦੀਪ ਸਾਈਕਲ ਤੇ ਅਰਪਨ ਸਾਈਕਲ, ਇਸ ਦੇ ਨਾਲ ਹੀ ਅਸ਼ੋਕਾ ਇੰਡਸਟਰੀ ਦਾ ਨਾਮ ਸ਼ਾਮਲ ਹੈ। ਇਹ ਕਿਹੜੀ ਜਗ੍ਹਾ ਰੇਟ ਪਈ ਹੈ? ਇਹਦੇ ਮਾਡਲ ਟਾਊਨ ਹੈ। ਮਾਡਲ ਟਾਊਨ ਕਾਦੀ ਰੇਟ ਕਾਦੀ ਹੈ ਜੀ? ਇਹ ਨਹੀਂ ਪਤਾ ਜੀ। ਇਨਕਮ ਟੈਕਸ ਦੀ ਵੀ ਟੀਮ ਹੈ ਜੀ? ਹਾਂਜੀ ਹਾਂਜੀ। ਅੱਛਾ ਜੀ, ਕਿੰਨੀਆਂ ਕੋਠੀਆਂ ਜਾਏ ਆ ਸਰ? ਇਹ ਨਹੀਂ ਪਤਾ ਜੀ, ਕਹਿ ਸਕਦੇ ਤੁਹਾਨੂੰ। ਇਹ ਦੇਖੋ ਹੈ। ਸਿੱਖਿਆ ਮੰਤਰੀ ਪ੍ਰਗਟ ਸਿੰਘ ਲੁਧਿਆਣਾ ਦੇ ਸਰਕਾਰੀ ਲੜਕੀਆਂ ਦੇ ਕਾਲਜ ਵਿੱਚ ਆਯੋਜਿਤ ਇੱਕ ਸਮਾਗਮ ਦੇ ਵਿੱਚ ਪਹੁੰਚੇ, ਜਿਸ ਦੌਰਾਨ ਉਹਨਾਂ ਦੇ ਵੱਲੋਂ ਸੀਬੀਐਸਈ ਦੇ ਵੱਲੋਂ ਪੰਜਾਬੀ ਨੂੰ ਸਿਲੇਬਸ ਤੋਂ ਬਾਹਰ ਕੱਢੇ ਜਾਣ ਦੀ ਨਿੰਦਾ ਕੀਤੀ ਗਈ ਤੇ ਉਹਨਾਂ ਕੇਂਦਰ ਸਰਕਾਰ ਨੂੰ ਸੂਬਾਈ ਭਾਸ਼ਾਵਾਂ ਨੂੰ ਬਣਦਾ ਮਾਨ ਸਨਮਾਨ ਦੇਣ ਦੀ ਵੀ ਗੱਲ ਆਖੀ। ਤੇ ਪ੍ਰਗਟ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਕੰਮ ਕਰ ਰਹੀ ਹੈ ਤੇ ਇਸ ਦੇ ਮਾਮਲੇ ਦੇ ਬਾਰੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ। ਤਾਂ ਇਹ ਕੋਸ਼ਿਸ਼ ਹੈ ਕਿ ਐਜੂਕੇਸ਼ਨ ਦੇ ਵਿੱਚ ਬੱਚਿਆਂ ਨਾਲ ਵੀ ਸਲਾਹ ਕਰਕੇ, ਜਿੰਨੇ ਐਜੂਕੇਸ਼ਨਿਸਟ ਆ ਉਹਨਾਂ ਨਾਲ ਸਲਾਹ ਕਰਕੇ ਇਹਨਾਂ ਨੂੰ ਇੱਕ ਇਹੋ ਜਿਹਾ ਰੋਡ ਮੈਪ ਜਿਹੜਾ ਪੇਸ਼ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਬੱਚੇ ਹੈਗੇ ਆ ਉਹ ਚੰਗੇ ਪਾਸੇ ਨੂੰ ਔਰ ਚੰਗੇ ਇੰਪਲੋਏਬਿਲਿਟੀ ਜਿਹੜੀ ਆ ਇਹਨੂੰ ਸਾਰੀ ਨੂੰ ਸਾਨੂੰ ਕਲੱਬ ਕਰਨਾ ਪਊਗਾ। ਇਸੇ ਕਰਕੇ ਮੈਂ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਇਸੇ ਕਰਕੇ ਲਏ ਆ ਤਾਂ ਕਿ ਸਾਡਾ ਯੂਥ ਜਿਹੜਾ ਉਹਨੂੰ ਹਰ ਜਿਹੜੇ ਪੈਰਾਮੀਟਰਸ ਆ ਉਹਨੂੰ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਤੋਰਿਆ ਜਾ ਸਕੇ। ਸੀਬੀਐਸਈ ਬੋਰਡ ਤੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਇਹ ਬੜੀ ਮੰਦਭਾਗੀ ਆ ਗਵਰਨਮੈਂਟ ਆਫ ਇੰਡੀਆ ਦੀ, ਖਾਸ ਕਰਕੇ ਜਿਹੜੀਆਂ ਰੀਜਨਲ ਲੈਂਗੁਏਜ ਹੈਗੀਆਂ ਉਹਨਾਂ ਨੂੰ ਕਦੀ ਵੀ ਉਸ ਸੂਬੇ ਦੇ ਵਿੱਚੋਂ, ਸਾਡੇ ਪੰਜਾਬੀ ਜਿਹੜੀ ਆ ਪੰਜਾਬ ਦੇ ਵਿੱਚ ਰੀਜਨਲ ਲੈਂਗੁਏਜ ਜਿਹੜੀ ਆ ਮੇਜਰ ਲੈਂਗੁਏਜ ਹੋਣੀ ਚਾਹੀਦੀ ਆ। ਔਰ ਇਸੇ ਤਰ੍ਹਾਂ ਹੀ ਬਾਕੀ ਸੂਬਿਆਂ ਦੇ ਵਿੱਚ ਵੀ, ਜੇ ਕਰਨਾਟਕਾ ਦੇ ਵਿੱਚ ਕੰਨੜ ਹੈਗੀ ਆ ਤੇ ਮੇਰਾ ਖਿਆਲ ਹੈ ਵੀ ਉਹਦੇ ਵਿੱਚ ਕੰਨੜ ਜਿਹੜੀ ਆ ਮੇਜਰ ਲੈਂਗੁਏਜ ਦੇ ਵਿੱਚ ਆਉਣੀ ਚਾਹੀਦੀ ਆ। ਔਰ ਇਹ ਜਿਹੜਾ ਮੂਵ ਹੈਗਾ ਇਹ ਬਹੁਤਾ ਚੰਗਾ ਮੂਵ ਨਹੀਂ ਹੈ ਐਂਡ ਵੀ ਵਿਲ ਆਲਸੋ ਅਪੋਜ਼ ਇਟ। ਐਂਡ ਮੈਂ ਕੱਲ੍ਹ ਇੱਕ ਚਿੱਠੀ ਵੀ ਲਿਖੀ ਹੈਗੀ ਆ ਗਵਰਨਮੈਂਟ ਆਫ ਇੰਡੀਆ ਨੂੰ ਵੀ ਇੱਦਾਂ ਦੀ ਜਿਹੜੀ ਸੋਚ ਆ ਉਹਨੂੰ ਨਾ ਬਹੁਤਾ ਬਾਰੋ, ਕਿਉਂਕਿ ਇਹ ਜਿਹੜਾ ਕੰਟਰੀ ਆ ਇਹ ਅਲੱਗ-ਅਲੱਗ ਜਾਤਾਂ ਨਾਲ, ਅਲੱਗ-ਅਲੱਗ ਧਰਮ ਨਾਲ, ਅਲੱਗ-ਅਲੱਗ ਲੈਂਗੁਏਜਸ ਦੇ ਨਾਲ ਜੁੜਿਆ ਹੋਇਆ ਹੈ। 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮੈਦਾਨ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਹਰ ਪਾਰਟੀ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ।
ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਲੁਧਿਆਣਾ ਪਹੁੰਚੇ, ਜਿੱਥੇ ਕਿ ਉਹਨਾਂ ਦੇ ਵੱਲੋਂ ਸ਼ਹਿਰ ਵਾਸੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਇਸ ਫੇਰੀ ਦੇ ਦੌਰਾਨ ਗੁਰਦੁਆਰਾ ਸ਼ਹੀਦਾ ਫੇਰੂਮਾਨ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਗਿਆ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਦੱਸਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਯੋਜਿਤ ਬੈਠਕ ਦੇ ਵਿੱਚ ਹਰਸਿਮਰਤ ਬਾਦਲ ਦੇ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਤੇ ਇਲਾਕਾ ਨਿਵਾਸੀ ਭੈਣਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਤੇ ਕਰਵਾ ਚੌਥ ਮੇਲੇ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਮੇਲੇ ਦੇ ਵਿੱਚ ਹਾਜ਼ਰ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਸੁਹਾਗਣਾਂ ਨੂੰ ਇਸ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਇਸ ਦੌਰਾਨ ਉਹਨਾਂ ਪ੍ਰਿਯੰਕਾ ਗਾਂਧੀ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਮਹਿਲਾਵਾਂ ਨੂੰ 40% ਰਾਖਵੀਆਂ ਸੀਟਾਂ ਦੇਣ ਦੇ ਫੈਸਲੇ ਤੇ ਪ੍ਰਤੀਕਿਰਿਆ ਵੀ ਦਿੱਤੀ ਤੇ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਸਿਆਸਤ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਤੇ ਜਿੰਨੀਆਂ ਪੰਜਾਬ ਦੀਆਂ ਮਹਿਲਾਵਾਂ ਸਿਆਸਤ ਦੇ ਵਿੱਚ ਅੱਗੇ ਆਉਣਗੀਆਂ ਉਨੀਆਂ ਹੀ ਪੰਜਾਬ ਦੀ ਬਿਹਤਰੀ ਦੇ ਲਈ ਚੰਗਾ ਹੋਵੇਗਾ। ਬੈਠੀ ਜਿਹੜੀ ਕੋਰ ਕਮੇਟੀ ਦੇ ਲੀਡਰਸ ਹੈਗੇ, ਇਹ ਤੁਹਾਡੇ ਰਾਹੀਂ ਆਪਣੀ ਪਾਰਟੀ ਨੂੰ ਜ਼ਰੂਰ ਸਿਫਾਰਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸੀਟਾਂ ਲੇਡੀਜ਼ ਨੂੰ ਜ਼ਰੂਰ ਦਿੱਤੀਆਂ ਜਾਣ। ਅੱਜ ਨਾਰੀ ਸ਼ਕਤੀ ਜਿੰਨੇ ਅੱਗੇ ਵਧੂਗੀ ਉਨੀ ਪੰਜਾਬ ਦੀ ਤਰੱਕੀ ਅੱਗੇ ਵਧੂਗੀ। ਮੈਡਮ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਤੁਹਾਨੂੰ ਲੱਗਦਾ ਕੁਝ ਫਰਕ ਪਏਗਾ ਜੇ ਨਵੀਂ ਪਾਰਟੀ? ਦੇਖੋ ਕੈਪਟਨ ਸਾਹਿਬ ਬੀਜੇਪੀ ਦੇ ਨਾਲ ਕਿਸ ਹੱਦ ਤਾਈਂ ਸਮਝੌਤਾ ਕਰੇ ਬੈਠੇ ਸੀ, ਉਹ ਤਾਂ ਮਾੜਾ ਮੋਟਾ ਤਾਂ ਸਾਨੂੰ ਸਮਝ ਆਉਂਦਾ ਸੀ ਜਦ ਉਹਦੇ ਸਵਿਸ ਅਕਾਊਂਟਸ ਦੇ ਕਾਲੇ ਧਨ ਦੇ ਕੇਸ ਈਡੀ ਤੇ ਇਨਕਮ ਟੈਕਸ ਦੇ ਠੰਡੇ ਬਸਤੇ 'ਚ ਪਾਏ ਗਏ ਜਦੋਂ ਤੋਂ ਮੁੱਖ ਮੰਤਰੀ ਬਣੇ। ਜੋ ਰੋਜ਼ ਕਦੇ ਪਿਓ ਨੂੰ, ਕਦੇ ਕੈਪਟਨ ਨੂੰ, ਕਦੇ ਪੁੱਤ ਨੂੰ, ਰਨਿੰਦਰ ਨੂੰ, ਤਾਂ ਕਦੇ ਪ੍ਰਨੀਤ ਕੌਰ ਨੂੰ ਸੱਦਿਆ ਜਾਂਦਾ ਸੀ, ਉਹ ਜਮਾ ਪਿਛਲੇ 4.5 ਸਾਲ ਬਿਲਕੁਲ ਠੰਡੇ ਬਸਤੇ 'ਚ ਪਾਏ ਗਏ। ਤਾਂ ਕੀ ਉਹਨਾਂ ਦੇ ਵਿੱਚ ਸਾਠਗਾਂਠ ਚੱਲ ਰਹੀ ਸੀ, ਦੈਟ ਵਾਸ ਆਲਸੋ ਵੈਰੀ ਕਲੀਅਰ। ਤੇ ਜਿਹੜੇ ਦੇਸ਼ ਦੀ ਸਰਕਾਰ ਪਾਕਿਸਤਾਨ ਕਰਨ ਤੋਂ ਮਿੰਟ ਨਹੀਂ ਲਾਉਂਦੀ ਹੈਗੀ, ਮਤਲਬ ਚੀਨ ਦੀ ਤਾਂ ਗੱਲ ਨਹੀਂ ਕਰਦੀ, ਲੇਕਿਨ ਪਾਕਿਸਤਾਨ ਕੇ ਹੁਣ ਪਾਕਿਸਤਾਨੀਆਂ ਨੂੰ ਵੀਜ਼ਾ ਮਿਲ ਕੇ ਮੁੱਖ ਮੰਤਰੀ ਨਿਵਾਸ 'ਚ ਕਿਵੇਂ ਰਹਿ ਰਹੇ ਸੀ ਉਹ ਵੀ ਸਮਝ ਆ ਰਹੀ ਸੀ। ਲੇਕਿਨ ਕੋਈ ਮੁੱਖ ਮੰਤਰੀ ਜਿਨ੍ਹਾਂ ਨੇ ਸਹੁੰ ਖਾਧੀ ਹੈਗੀ, ਸ਼ਪਥ ਲਿੱਤੀ ਹੈ ਪੰਜਾਬ ਦੇ ਰਾਖੀ ਵਾਸਤੇ, ਉਹ ਇਸ ਹੱਦ ਤਾਈਂ ਮਜਬੂਰ ਹੋ ਜਾਣਗੇ ਕਿ ਪੰਜਾਬ ਦੀ ਕਿਸਾਨੀ ਹੀ ਮੋਦੀ ਤੇ ਸ਼ਾਹ ਦੇ ਹੱਥ 'ਚ ਕਰਕੇ ਪੰਜਾਬ ਨੂੰ ਕਿਸਾਨੀ ਰੋਲ ਦੇਣਗੇ। ਅੱਜ 800 ਕਿਸਾਨਾਂ ਮਰਨ ਤੋਂ ਬਾਅਦ ਕੈਪਟਨ ਸਾਹਿਬ ਕਹਿੰਦੇ ਕਿ ਹੁਣ ਬੀਜੇਪੀ ਦੇ ਨਾਲ ਮੈਂ ਹੱਲ ਕਰਾਵਾਂਗਾ, ਤੇ ਜਦ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਟਾਈਮ ਹੱਲ ਕਰਾਉਣ ਦੀ ਜਗ੍ਹਾ ਤੇ ਜਾਖੜ ਸਾਹਿਬ ਕਹਿੰਦੇ ਸੀ ਦੇਖੋ ਅਸੀਂ ਪੱਲਾ ਕਿਵੇਂ ਝਾੜਿਆ, ਬੜੇ ਸਿਆਣਪ ਦੇ ਨਾਲ ਅਸੀਂ ਦਿੱਲੀ ਭੇਜਦਾ। ਮਤਲਬ ਤੁਸੀਂ ਕਿਸਾਨਾਂ ਨੂੰ ਇਸਤੇਮਾਲ ਕੀਤਾ, ਕਿਸਾਨੀ ਨੂੰ ਯੂਜ਼ ਕੀਤਾ ਤੇ ਬੀਜੇਪੀ ਦਾ ਏਜੰਡਾ ਫੁੱਲਫਿਲ ਕਿਸ ਹੱਦ ਤਾਈਂ ਤੁਸੀਂ ਕੀਤਾ ਉਹ ਅੱਜ ਨਜ਼ਰ ਆ ਰਿਹਾ ਹੈ। ਚੇਅਰਮੈਨ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਸਿਟੀ ਯੂਨੀਵਰਸਿਟੀ ਲੁਧਿਆਣਾ, ਅੱਜ ਦਾ ਜਿਹੜਾ ਯੂਥ ਕਾਨਫਰੰਸ ਹੋਈ ਹੈ ਪੰਜਾਬ ਯੂਥ ਕਾਨਫਰੰਸ, ਜਿਹਦੀ ਪ੍ਰਧਾਨਗੀ ਸ਼੍ਰੀ ਹਰਸਿਮਰਤ ਕੌਰ ਜੀ ਨੇ ਕੀਤੀ। ਬੱਚਿਆਂ ਨੇ ਬਹੁਤ ਹੀ ਅੱਛੇ ਕੁਐਸਚਨ ਪੁੱਛੇ ਜਿਹੜੇ ਕਿ ਬੜੇ ਵੈਲਿਊਏਬਲ ਸੀਗੇ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਅੱਗੋਂ ਜਿਹੜੇ ਭਵਿੱਖ ਬਾਰੇ, ਜਿਹਦੇ ਵਿੱਚ ਕਿ ਬਹੁਤ ਅੰਧੇਰਾ ਹੀ ਅੰਧੇਰਾ ਨਜ਼ਰ ਆ ਰਿਹਾ ਹੈ, ਬੱਚੇ ਬਾਹਰ ਜਾ ਰਹੇ ਨੇ, ਇੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ, ਉਹਦੇ ਬਾਰੇ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਕੁਝ ਬੱਚਿਆਂ ਨੂੰ ਕਨਵਿੰਸ ਕਰਨ ਦੀ, ਪਰ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਹਿੱਤ ਹੈ ਇਸ ਵੇਲੇ ਔਰ ਜਿਹੜੀ ਉਹਦਾ ਟਰੈਕ ਚੱਲ ਰਿਹਾ ਬਹੁਤ ਮਾੜਾ ਵਾ। ਇਹ ਜਿਹੜਾ ਘਰ ਹੈਗਾ ਇਹ ਬਾਦਲ ਸਾਹਿਬ ਦਾ ਹੀ ਹੈਗਾ, ਉਹਨਾਂ ਦੀ ਫੈਮਿਲੀ ਹੈ। ਸੁਖਬੀਰ ਜੀ ਦਾ ਜਦੋਂ ਵਿਆਹ ਹੋਇਆ ਸੀ ਸਭ ਤੋਂ ਪਹਿਲੇ ਆਪਣੇ ਘਰ ਹੀ ਇੱਥੇ ਆਏ ਸੀ ਮਿਸਿਸ ਬਾਦਲ ਬੀਬਾ ਜੀ ਦੇ ਨਾਲ। ਇਹ ਉਹ ਕੋਈ ਨਵਾਂ ਨਹੀਂ ਆ ਰਿਹਾ, ਉਹ ਹਮੇਸ਼ਾ ਹੀ ਇਹ ਪਰਿਵਾਰ ਸਾਡਾ ਜੁੜਿਆ ਹੋਇਆ ਸਾਰਾ। ਬਹੁਤ ਵਧੀਆ ਰਹੇਗਾ, ਅਸੀਂ 100% ਜਿੱਤਾਂਗੇ ਔਰ ਬਹੁਤ ਵਧੀਆ ਜਿੱਤ ਹਾਸਲ ਕਰਾਂਗੇ। ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਦੇ ਵਿੱਚ ਆਯੋਜਿਤ ਇੱਕ ਸਮਾਗਮ ਦੇ ਵਿੱਚ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਸਿੰਘੂ ਬਾਰਡਰ ਤੇ ਹੋਏ ਕਤਲ ਮਾਮਲੇ ਦੀ ਨਿੰਦਾ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਭੋਆ ਤੋਂ ਵਿਧਾਇਕ ਜੋਗਿੰਦਰਪਾਲ ਦੇ ਵੱਲੋਂ ਸਮਾਗਮ ਦੇ ਦੌਰਾਨ ਇੱਕ ਨੌਜਵਾਨ ਨੂੰ ਥੱਪੜ ਮਾਰਨ ਦੀ ਘਟਨਾ ਦੀ ਵੀ ਨਿਖੇਧੀ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਚੁੱਪੀ ਤੇ ਵੀ ਸਵਾਲ ਚੁੱਕੇ ਨੇ ਤੇ ਉਹਨਾਂ ਕਿਹਾ ਕਿ ਉਹ ਲਖੀਮਪੁਰ ਜਾ ਕੇ 50-50 ਲੱਖ ਰੁਪਏ ਦੇਣ ਦਾ ਐਲਾਨ ਕਰ ਸਕਦੇ ਨੇ, ਪਰ ਜਦੋਂ ਸੂਬੇ ਦੇ ਵਿੱਚ ਇੱਕ ਨੌਜਵਾਨ ਤੇ ਅਤਿਆਚਾਰ ਹੋ ਰਿਹਾ ਤਾਂ ਮੁੱਖ ਮੰਤਰੀ ਚੁੱਪ ਕਿਉਂ ਬੈਠੇ ਨੇ। ਕਹਿੰਦੇ ਆ ਕਿ ਅਸੀਂ ਅੱਜ ਭਗਵਾਨ ਵਾਲਮੀਕ ਜੀ ਦਾ ਅੱਜ ਪ੍ਰਗਟ ਦਿਵਸ ਹੈ ਔਰ ਉਹਨਾਂ ਦੇ ਪੂਰੇ ਦੇਸ਼ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਇਸ ਦਿਹਾੜੇ ਨੂੰ ਬੜਾ ਹੁਮ-ਹੁਮਾ ਕੇ ਮਨਾਇਆ ਜਾਂਦਾ ਔਰ ਅੱਜ ਉਸ ਦੇ ਨਿਮਤ ਮੈਂ ਲੁਧਿਆਣੇ ਆਇਆ। ਇਸ ਤੋਂ ਬਾਅਦ ਕਾਰਿਕ੍ਰਮ ਕਿਉਂਕਿ ਇਸਲਾਮਗੰਜ ਜਿਹੜਾ ਉੱਥੇ ਕਾਰਿਕ੍ਰਮ ਹੈ। ਯਾਰ ਸ਼ਾਂਤ ਰਹੋ ਯਾਰ, ਇੱਕ ਮਿੰਟ ਯਾਰ। ਹਾਂਜੀ ਹਾਂਜੀ। ਔਰ ਅੱਜ
ਉਹਨਾਂ ਨੂੰ ਆਪਣੀ ਨਸਤਮਕ ਹੋਣ ਦੇ ਲਈ ਮੈਂ ਇੱਥੇ ਆਇਆ ਔਰ ਅਸੀਂ ਸਾਰੀਆਂ ਉਹ ਖੁਸ਼ੀਆਂ ਸਾਂਝੀਆਂ ਕਰਨ ਲਈ ਆਇਆ। ਔਰ ਅੱਜ ਜਿੱਥੇ ਨਾ ਸਿਰਫ ਵਾਲਮੀਕ ਸਮਾਜ ਤੁਸੀਂ ਦੇਖ ਰਹੇ ਹੋ ਕਿ ਸਮੁੱਚਾ ਸਮਾਜ ਜਿਹੜਾ ਆ ਇੱਕ ਸਰਬੱਤ ਸਮਾਜ ਜਿਹੜਾ ਆ ਉਹ ਅੱਜ ਪੂਰਾ ਗੁਰੂ ਜਿਹੜਾ ਆ ਭਗਵਾਨ ਵਾਲਮੀਕ ਜੀ ਦੇ ਇਸ ਦਿਹਾੜੇ ਨੂੰ ਮਨਾਉਣ ਦੇ ਲਈ ਆਇਆ। ਔਰ ਉਹਦੇ ਲਈ ਵਿਸ਼ੇਸ਼ ਰੂਪ 'ਚ ਗੌਰਵ ਗੋਰਾ ਜੀ ਔਰ ਗੁਰਦੇਵ ਦੇਵੀ ਜੀ, ਪੁਸ਼ਪਿੰਦਰ ਜੀ, ਸਾਰਿਆਂ ਦੀ, ਜਸਵੀਰ ਸਿੰਘ ਜੱਸਾ ਜੀ, ਜਿਨ੍ਹਾਂ ਦਾ ਬਹੁਤ ਵੱਡਾ ਰੋਲ ਰਿਹਾ। ਔਰ ਇਹਨਾਂ ਦਾ ਇਹ ਸੀ ਇੱਛਾ ਸੀ ਕਿ ਮੈਂ ਇਸ कार्यक्रम 'ਚ ਆਵਾਂ ਔਰ ਮੈਂ ਅੱਜ ਉਸ ਨਿਮਤ ਇਸ कार्यक्रम 'ਚ ਆਇਆ। ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਪ੍ਰਗਟ ਦਿਵਸ ਦੇ ਵਿੱਚ ਅੱਜ ਉਹਨਾਂ ਦਾ ਸਾਖਸ਼ਾਤ ਪਾਵਨ ਤੇ ਪਵਿੱਤਰ ਪ੍ਰਗਟ ਦਿਵਸ ਪੂਰੇ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਹੈ। ਉਸੇ ਹੀ ਲੜੀ ਵਜੋਂ ਭਗਵਾਨ ਵਾਲਮੀਕੀ ਨਗਰ ਇਸਲਾਮਗੰਜ ਵਿਖੇ ਜ਼ਿਲ੍ਹਾ ਸਤਰੀਏ ਵਿਸ਼ਾਲ ਪਾਵਨ satsang ਸਮਾਰੋਹ ਰੱਖਿਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਅਤਿਥੀ ਵਿਜੇ ਸਾਂਪਲਾ ਜੀ ਆਏ। ਅੱਜ ਦੇ ਇਸ ਪਾਵਨ ਤੇ ਯੋਗ ਪਵਿੱਤਰ ਪ੍ਰਗਟ ਉਤਸਵ ਦੇ ਵਿੱਚ VSS ਨੇ, ਵਾਲਮੀਕੀ ਸੇਵਕ ਸੰਘ ਨੇ 20 ਬੱਚੇ ਅਡਾਪਟ ਕਰਕੇ ਉਹਨਾਂ ਨੂੰ 3-3 ਮਹੀਨੇ ਦੇ ਸਿੱਖਿਆ ਦੇ ਜਿਹੜੀ ਐਜੂਕੇਸ਼ਨ ਦੀ ਫੀਸ ਹੈ ਉਹਨਾਂ ਦੇ ਚੈੱਕ ਭੇਟ ਕੀਤੇ। ਔਰ ਸੈਂਟਰ ਵਿਧਾਨ ਸਭਾ ਦੇ ਅੰਦਰ ਜੋ ਨਸ਼ਾ ਵਿਕ ਰਿਹਾ ਵਾ ਜਾਂ ਸਿਆਸੀ ਸਮਾਜ ਦੇ ਲਈ ਜੋ ਰੇਲਵੇ ਦੇ ਵਿੱਚ ਆਪਣਾ ਸਮਾਨ ਤੇ ਰੁਜ਼ਗਾਰ ਮਜ਼ਦੂਰੀ ਵਾਲਾ ਵੇਚਣ ਲਈ ਦਿੱਕਤ ਆਈ ਆ, ਇੱਕ ਮੋਦੀ ਜੀ ਦੇ ਨਾਮ ਤੇ ਵਿਗਿਆਪਨ ਦਿੱਤਾ ਗਿਆ। ਮੈਂ ਵਾਲਮੀਕੀ ਸੇਵਕ ਸੰਘ VSS ਵੱਲੋਂ ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਅੱਜ ਦੇ ਇਸ ਪਾਵਨ ਤੇ ਪਵਿੱਤਰ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਗਿੱਲ ਅੰਦਰ ਜ਼ਮੀਨੀ ਪੱਧਰ ਤੇ ਮਜ਼ਬੂਤੀ ਦੇਣ ਤੇ ਵਰਕਰਾਂ ਨੂੰ ਲਾਮਬੰਦ ਕਰਨ ਸੰਬੰਧੀ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦੇ ਵੱਲੋਂ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਬੇਰੀ ਕਲੋਨੀ ਦੇ ਵਿੱਚ ਸਾਬਕਾ ਸਰਪੰਚ ਬਹਾਦਰ ਸਿੰਘ ਦੀ ਅਗਵਾਈ ਦੇ ਹੇਠ ਭਰਵੀਂ ਮੀਟਿੰਗ ਕੀਤੀ ਗਈ ਤੇ ਇਸ ਦੌਰਾਨ ਇਲਾਕਾ ਨਿਵਾਸੀਆਂ ਦੇ ਵੱਲੋਂ ਇਲਾਕੇ ਅੰਦਰ ਠੱਪ ਪਏ ਵਿਕਾਸ ਕਾਰਜਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਸ਼ਿਵਾਲਕ ਦੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਸਰਕਾਰ ਬਣਨ ਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ। ਵਰਕਰ ਮਿਲਣੀ ਦੇ ਪ੍ਰੋਗਰਾਮ ਤਹਿਤ ਅੱਜ ਵਿਧਾਨ ਸਭਾ ਹਲਕਾ ਗਿੱਲ ਦੇ ਧਾਂਦਰਾ ਰੋਡ ਵਿਖੇ ਬੇਰੀ ਕਲੋਨੀ ਦੇ ਵਿੱਚ ਅੱਜ ਵਰਕਰ ਸਹਿਬਾਨ ਦੇ ਨਾਲ ਬਹਾਦਰ ਸਿੰਘ ਸਾਬਕਾ ਸਰਪੰਚ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਰੱਖੀ ਗਈ ਸੀਗੀ। ਅੱਜ ਜਿੱਥੇ ਮੀਟਿੰਗ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਲ ਹੋਈਆਂ, ਇਲਾਕਾ ਨਿਵਾਸੀ ਸ਼ਾਮਲ ਹੋਏ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਪਿੰਡ ਦਾ ਸੀਵਰੇਜ ਪਾਇਆ ਗਿਆ ਸੀ ਜਾਂ ਹੋਰ ਗਲੀਆਂ ਦਾ ਕੰਮ ਕੀਤਾ ਗਿਆ ਸੀ ਉਹਦੇ 'ਤੇ ਵਿਚਾਰਾਂ ਹੋਈਆਂ। ਉੱਥੇ ਉਹਨਾਂ ਨੇ ਇੱਕ ਬਹੁਤ ਵੱਡਾ ਗਿਲਾ ਕੀਤਾ ਕਿ ਇਹਨਾਂ ਪੌਣੇ 5 ਸਾਲਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 27 ਕਰੋੜ ਰੁਪਈਆ ਵਾਟਰ ਸਪਲਾਈ ਵਾਸਤੇ ਆਇਆ ਸੀਗਾ, ਇਹਨਾਂ 21 ਪਿੰਡਾਂ ਦੇ ਵਿੱਚ ਜਿਹੜੇ 4 ਪਿੰਡ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਟੈਂਡਰ ਹੋਏ ਸੀਗੇ ਉਹੀ ਪਿੰਡਾਂ ਦੇ ਵਿੱਚ ਪਾਣੀ ਪਾਇਆ ਗਿਆ। ਸਾਡੇ ਇੱਧਰ ਕਿਸੇ ਪਿੰਡ ਦੇ ਵਿੱਚ ਜਿਹੜਾ ਪਾਣੀ ਨਹੀਂ ਪਾਇਆ ਗਿਆ। ਸਾਡੇ ਨਾਲ ਸਰ ਧੱਕਾ ਵਾ, ਨਾ ਸਾਡੀ ਕੋਈ ਗਲੀ ਬਣਾਈ ਗਈ ਹੈਗੀ ਆ ਤੇ ਨਾ ਕੋਈ ਸਾਡੇ ਕੋਈ ਹੋਰ ਵਿਕਾਸ ਦਾ ਕੰਮ ਕੀਤਾ ਗਿਆ। ਹਾਂ, ਇਹ ਇੰਨਾ ਕੰਮ ਜ਼ਰੂਰ ਕੀਤਾ ਹੈਗਾ ਵੀ ਸਾਡੇ ਜਿਹੜੇ ਨੀਲੇ ਕਾਰਡ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਟ ਦਿੱਤੇ ਗਏ ਨੇ। ਇੰਦਰਾ IVF ਫਰਟੀਲਿਟੀ ਸੈਂਟਰ ਵੱਲੋਂ ਪਾਕ ਪਲਾਜ਼ਾ ਦੇ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਦੇ ਦੌਰਾਨ ਲੋਕਾਂ ਨੂੰ ਸੰਤਾਨ ਨਾ ਹੋਣ ਤੇ ਸਿਰਫ ਔਰਤਾਂ ਦਾ ਹੀ ਨਹੀਂ ਬਲਕਿ ਮਰਦਾਂ ਦਾ ਵੀ ਟੈਸਟ ਕਰਾਉਣ ਦੀ ਅਪੀਲ ਕੀਤੀ ਗਈ ਤੇ ਇਸ ਦੇ ਨਾਲ ਹੀ ਕਈ ਪਹਿਲੂਆਂ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਅੱਜ ਬੜਾ ਅੱਛਾ ਹੈ, ਮੇਰੇ ਦਿਲ ਨਾਲ ਕਨੈਕਟਡ ਸੀ ਬੀਇੰਗ ਏ ਮਦਰ, ਬੀਇੰਗ ਏ ਕਿ ਡਾਕਟਰ ਸਾਡੀ ਲਾਈਫ ਦਾ ਬੜਾ ਹੀ ਇੱਕ ਸਟਰੋਂਗ ਹਿੱਸਾ ਨੇ। ਭਗਵਾਨ ਗੁਰੂ ਤੋਂ ਬਾਅਦ ਡਾਕਟਰ ਸੀ ਨੇ ਜਿਹੜੇ ਤੁਹਾਨੂੰ ਇੱਕ ਤੁਹਾਡੀ ਸਟਰੈਂਥ ਬੰਦੇ ਨੇ, ਤੁਹਾਡੇ ਜੀਵਨ ਨੂੰ ਅੱਗੇ ਲੈ ਕੇ ਜਾਣ ਵਿੱਚ ਡਾਕਟਰਾਂ ਦਾ ਬੜਾ ਵੱਡਾ ਹੱਥ ਹੈ। ਕੋਵਿਡ ਤੋਂ ਬਾਅਦ ਮੇਰਾ ਵੀ ਇੱਕ ਨਜ਼ਰੀਆ ਬਦਲਿਆ ਡਾਕਟਰਾਂ ਵਾਸਤੇ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਡਾਕਟਰਸ ਦੀ ਜਿੰਨੀ ਰਿਸਪੈਕਟ ਕੀਤੀ ਜਾਏ। ਸਪੈਸ਼ਲੀ ਮਾਂ ਬਣਨ ਦੇ ਸਫ਼ਰ ਵਿੱਚ ਜਿਹੜਾ ਇੱਕ ਲੇਡੀ ਡਾਕਟਰ ਦਾ, ਗਾਇਨੀ ਦੀ ਡਾਕਟਰ ਦਾ ਹੱਥ ਹੁੰਦਾ ਹੈ। ਇਹਨਾਂ ਨੇ ਮੈਨੂੰ ਇਨਵਾਈਟ ਕੀਤਾ। ਸ਼ੀ ਇਜ਼ ਅ ਵੈਰੀ ਗੁੱਡ ਹਿਊਮਨ ਬੀਇੰਗ ਆਲਸੋ। ਤੇ ਮੇਰਾ ਕੁਝ IVF ਨਾਲ ਜਿਹੜਾ ਇਹਨਾਂ ਦੇ 100 ਤੋਂ ਜ਼ਿਆਦਾ ਸੈਂਟਰਸ ਨੇ ਔਰ ਜੋ ਹੈ ਲੋਕਾਂ ਲਈ ਸਪੋਰਟ ਸਿਸਟਮ ਬਣਦੇ ਨੇ। ਬੜੇ ਸਾਰੇ ਟ੍ਰੀਟਮੈਂਟਸ ਇਹਨਾਂ ਦੇ ਬਾਰੇ 'ਚ ਮੈਨੂੰ ਪਤਾ ਹੈ ਕਿ ਇਹ ਲੋਕ ਕਈ ਵਾਰੀ ਕਈਆਂ ਕੋਲ ਟ੍ਰੀਟਮੈਂਟ ਕਰਵਾਉਣ ਲਈ ਪੈਸੇ ਵੀ ਨਹੀਂ ਹੁੰਦੇ ਤੇ ਇਹ ਉਹ ਵੀ ਸੋਸ਼ਲ ਸਰਵਿਸ ਵੀ ਕਰਦੇ ਨੇ
तो यह एक बड़ी बड़ी अचीवमेंट है और यह किसी बॉडी किसी ह्यूमन बीइंग च प्रॉब्लम नहीं होंदी, सिर्फ एक डेस्टिनी च कर्मा लिखा होंदा है कि थ्रू इस ट्रीटमेंट तुसी पेरेंट्स बनोगे। देखिए, आज का फंक्शन हमने एक उस उद्देश्य से हमने रखा था कि जिस तरह से औरतों में निसंतानता या कपल्स में निसंतानता बहुत बढ़ रही है और उसमें जो हमारे समाज में यूजुअली औरतों को ही जिम्मेदार ठहराया जाता है, तो जो मैं ये कहना चाहूँगी कि जो निसंतानता का कारण है वो आदमी में भी होता है और औरत में ही होता है। और अगर ये तकलीफ़ किसी कपल को है तो इसमें टेस्टिंग दोनों की होनी चाहिए, केवल एक ही बंदे को उसका जिम्मेदार नहीं ठहराना चाहिए। और आज हमने उन्हीं टेस्टिंग के बारे में डिस्कस किया है जो कि जेनेटिक कॉजेज़ होते हैं, जो कि आदमी में भी हो सकते हैं और औरत में भी हो सकते हैं, और उन्हीं टेस्टों के बारे में आज हम डिटेल में डिस्कस कर रहे हैं। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਲੋਂ ਪੈਨ ਇੰਡੀਆ ਅਵੇਅਰਨੈਸ ਅਧੀਨ ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਪਿੰਡਾਂ ਤੇ ਸ਼ਹਿਰਾਂ ਦੀਆਂ ਆਂਗਨਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਨਿਆਂਪਾਲਿਕਾ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਮੁਫਤ ਕਾਨੂੰਨੀ ਸੇਵਾਵਾਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਆਮ ਲੋਕਾਂ ਨੂੰ ਇਹਨਾਂ ਮੁਫਤ ਕਾਨੂੰਨੀ ਸੇਵਾਵਾਂ ਦੇ ਪ੍ਰਤੀ ਜਾਗਰੂਕ ਕਰ ਸਕਣ। ਤੇ ਸੈਮੀਨਾਰ ਦੇ ਦੌਰਾਨ ਉਚੇਰੇ ਤੌਰ ਤੇ ਪਹੁੰਚੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਭਜੋਤ ਸਿੰਘ ਕਾਲਕੇ ਨੇ ਤਕਰੀਬਨ 350 ਆਂਗਨਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। आज़ादी का अमृत महोत्सव 75 साल आज़ादी के होए ने उन्होंने सैलीब्रेट करने लिए पैन इंडिया ड्राइव नैशनल लीगल एड सर्विस अथॉरिटी के दिशा निर्देश अनुसार चला रहे हैं, जिहदे असीं लुधियाने के सारे पिंडां दे विच सैमीनार्स लगाए जा रहे हैं। इस दे विच असीं डोर टू डोर कैंपेन चलाई है, जिहदे आंगनवाड़ी वर्कर्स ते आशा वर्कर्स घरों घरी जाके साडे लीगल सर्विस अथॉरिटी बारे इन्फॉर्मेशन देंगे। डिपार्टमेंट सानूं बहुत कोऑपरेट कर रहे हैं। सो मैं अज आंगनवाड़ी ते आशा वर्कर्स नूं कंबाइंड उरे एक ब्रीफ देना चाहता सीगा लीगल सर्विस अथॉरिटी बारे, उस संबंध में असी सैमीनार लगाया सी। सो मैं सारे पिंड वासियों नूं लुधियाना दे वासियों नूं अपील करूँगा कि साडे जदों भी सैमीनार्स हुंदे ने तां ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ, ਤਾਂ ਕਿ ਅਸੀਂ ਉਹਨਾਂ ਨੂੰ ਲੀਗਲ ਸਰਵਿਸ ਅਥਾਰਟੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇ ਸਕੀਏ। ਸਰ, ਜਿਹੜਾ ਅੱਜ ਦਾ ਮੇਨ ਸੈਮੀਨਾਰ ਸੀ, ਇਹਦਾ ਮੇਨ ਮਕਸਦ ਕੀ ਰੱਖਿਆ ਗਿਆ? ਇਹਦਾ ਮੇਨ ਮਕਸਦ ਇਹ ਸੀ ਜੀ ਵੀ ਆਂਗਨਵਾੜੀ ਤੇ ਆਸ਼ਾ ਵਰਕਰਸ ਨੂੰ ਲੀਗਲ ਸਰਵਿਸ ਅਥਾਰਟੀ ਬਾਰੇ ਰੂਬਰੂ ਹੋ ਕੇ ਕਾਫੀ ਜਾਣਕਾਰੀ ਦੇ ਸਕਾਂ, ਜਾਂ ਉਹਨਾਂ ਦੇ ਕੁਝ ਡਾਊਟਸ ਨੇ, ਉਹਨਾਂ ਦੇ ਕੁਝ ਸਵਾਲ ਨੇ ਸਾਡੇ ਕੋਲ, ਤਾਂ ਉਹ ਪੁੱਛ ਸਕਣ, ਤਾਂ ਕਿ ਉਹ ਸਾਡੀ ਇਨਫੋਰਮੇਸ਼ਨ ਵਧੀਆ ਤਰੀਕੇ ਨਾਲ ਪਿੰਡਾਂ 'ਚ ਪਹੁੰਚਾ ਸਕਣ। ਮਤਲਬ ਜਗਰਾਉਂ ਨੂੰ ਬਿਲੋਂਗ ਕਰਦੀ ਹਾਂ। ਅੱਜ ਸਾਨੂੰ ਜੋ ਵੀ ਇੱਥੇ ਮਤਲਬ ਇਸ ਟੌਪਿਕ 'ਤੇ ਮਤਲਬ ਜੋ ਸਾਨੂੰ ਕਾਨੂੰਨੀ ਸਿੱਖਿਆ ਬਾਰੇ ਜੋ ਵੀ ਸਾਨੂੰ ਅੱਜ ਇਹ ਜਾਣਕਾਰੀ ਦਿੱਤੀ ਹੈ ਜੱਜ ਸਰ ਨੇ ਜਾਂ CDP ਮੈਡਮ ਦੇ ਥਰੂ, ਅਤੇ ਉਹ ਸਾਨੂੰ ਬਹੁਤ ਜਿਹੜੀ ਅੱਛਾ ਲੱਗਿਆ। ਅਸੀਂ ਗਰਾਊਂਡ ਲੈਵਲ ਤੱਕ ਇਹ ਲੋਕਾਂ ਤੱਕ ਆਵਾਜ਼ ਪਹੁੰਚਾਵਾਂਗੇ ਵੀ ਜੋ ਵੀ ਕੋਈ ਗਰੀਬ ਜਨਤਾ ਦੇ ਵਿੱਚ ਵੀ ਕੋਈ ਵੀ ਆਪਣਾ ਵਕੀਲ ਨਹੀਂ ਕੋਈ ਕਰ ਸਕਦਾ, ਜਾਂ ਕੋਈ ਜਿੱਦਾਂ ਕੋਈ ਪੈਸਾ ਨਹੀਂ ਲਾ ਸਕਦਾ, ਆਪਣੇ ਕਾਨੂੰਨੀ ਹੱਕਾਂ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਲੋਕ ਅਦਾਲਤ ਤੱਕ ਜ਼ਰੂਰ ਪਹੁੰਚਾਵਾਂਗੇ। ਅਤੇ ਸਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਕਿ ਸਾਨੂੰ ਇਹ ਸਿੱਖਿਆ ਮਿਲੀ ਆ। ਅਸੀਂ ਵੀ ਲੋਕਾਂ ਦੇ ਮਤਲਬ ਜਾ ਕੇ ਨੀਚੇ ਗਰਾਊਂਡ ਲੈਵਲ 'ਤੇ ਲੋਕਾਂ ਨੂੰ ਦੱਸੀਏ ਕਿ ਫ੍ਰੀ ਦੇ ਵਿੱਚ ਵੀ ਸਰਕਾਰ ਇੱਦਾਂ ਬਈ ਲੋਕਾਂ ਦੇ ਹੱਕਾਂ ਦੇ ਲਈ ਰਖਵਾਲੀ ਹੈਗੀ ਆ, ਅਤੇ ਅਸੀਂ ਲੋਕ ਅਦਾਲਤ ਤੱਕ ਮਤਲਬ ਲੋਕਾਂ ਨੂੰ ਪਹੁੰਚਾਵਾਂਗੇ ਜ਼ਰੂਰ। ਦੇਸ਼ ਭਰ ਦੇ ਵਿੱਚ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਦੱਸਦੀ ਕਿ ਇਸ ਦਿਨ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸੇ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੇਖੋ, ਜਿਹੜਾ 21 ਅਕਤੂਬਰ ਇਹ ਪੁਲਿਸ ਕਮੈਮੋਰੇਸ਼ਨ ਡੇ ਵਜੋਂ ਮਨਾਇਆ ਜਾਂਦਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ। ਜਿਹੜਾ ਇਨਸੀਡੈਂਟ ਹੋਇਆ ਸੀ CRPF ਦੀ ਇੱਕ ਪੈਟਰੋਲ ਪਾਰਟੀ ਦੇ ਉੱਤੇ ਚੀਨੀ ਫੌਜ ਨੇ ਹਮਲਾ ਕਰ ਦਿੱਤਾ ਸੀ, ਉਸ ਸੰਬੰਧ ਦੇ ਵਿੱਚ ਜਿਹੜਾ ਦਿਨ ਮੁਕਰਰ ਕੀਤਾ ਗਿਆ, ਜਿਸ ਦਿਨ ਅਸੀਂ ਸਾਰੇ ਪੁਲਿਸ ਦੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਔਰ ਸ਼ਰਧਾਂਜਲੀ ਪੇਸ਼ ਕਰਦੇ ਹਾਂ ਉਹਨਾਂ ਨੂੰ। ਪੰਜਾਬ ਦੇ ਵਿੱਚ ਅੱਤਵਾਦ ਦੌਰਾਨ ਕਾਫੀ ਪੁਲਿਸ ਆਫੀਸਰਸ ਨੇ ਔਰ ਉਹਨਾਂ ਦੀ ਫੈਮਿਲੀਜ਼ ਨੇ ਆਪਣੀ ਕੁਰਬਾਨੀ ਦਿੱਤੀ, ਔਰ ਲੁਧਿਆਣੇ ਦੇ ਵਿੱਚ ਵੀ ਕਾਫੀ ਸਾਰੀਆਂ ਸ਼ਹੀਦ ਫੈਮਿਲੀ ਸਾਡੇ ਕੋਲ ਰਹਿ ਰਹੀਆਂ। ਉਹਨਾਂ ਨੂੰ ਅੱਜ ਸਾਰਿਆਂ ਨੂੰ ਅਸੀਂ ਬੁਲਾ ਕੇ ਆਪਣੇ ਵੱਲੋਂ ਜਿਹੜਾ ਸ਼ਰਧਾਂਜਲੀ ਭੇਟ ਕੀਤੀ ਹੈ, ਔਰ ਉਹਨਾਂ ਦੀ ਦੁੱਖ ਤਕਲੀਫਾਂ ਵੀ ਹੁਣ ਇਸ ਤੋਂ ਬਾਅਦ ਸੁਣ ਰਹੇ ਹਾਂ, ਕਿਉਂਕਿ ਜਿਹੜੇ ਪਰਿਵਾਰ ਨੇ ਇਹਨਾਂ ਦੀ ਕੁਰਬਾਨੀ ਦੇ ਬਦੌਲਤ ਹੀ ਜਿਹੜੀ ਸ਼ਾਂਤੀ ਆਪਣੇ ਸੂਬੇ ਦੇ ਵਿੱਚ ਆਪਾਂ ਮਾਣ ਰਹੇ ਹਾਂ।
ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਦੇ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਕਈ ਸਮਾਗਮ ਕਰਵਾਏ ਗਏ ਤੇ ਇਸ ਮੌਕੇ ਵਿਸ਼ਾਲ ਸਤਸੰਗ ਸਮਾਰੋਹ ਵੀ ਕਰਵਾਏ ਗਏ ਤੇ ਇਸ ਦੇ ਨਾਲ ਹੀ ਪ੍ਰਬੰਧਕਾਂ ਦੇ ਵੱਲੋਂ ਲੋਕਾਂ ਨੂੰ ਭਗਵਾਨ ਵਾਲਮੀਕੀ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਦੀ ਵੀ ਅਪੀਲ ਕੀਤੀ ਗਈ। ਕਪਲ ਕੁਮਾਰ ਸਾਬਕਾ ਕੌਂਸਲਰ ਵਾਰਡ ਨੰਬਰ 8 ਤੋਂ ਅੱਜ ਜਵਾਹਰ ਨਗਰ ਕੈਂਪ ਦੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਤੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ। ਅੱਜ ਦਾ ਇਹ ਨਗਰ ਕੀਰਤਨ ਭਗਵਾਨ ਵਾਲਮੀਕੀ ਮਹਾਰਾਜ ਦਾ 68 ਨੰਬਰ ਵਾਰਡ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੂਰੇ ਭਾਈਚਾਰੇ ਨੂੰ ਮੈਂ ਆਪਣੇ ਵੱਲੋਂ ਤੇ ਲੁਧਿਆਣਾ ਭਲਾਈ ਮੰਚ ਦੇ ਸਮੂਹ ਅਹੁਦੇਦਾਰਾਂ ਵੱਲੋਂ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਆਪਣਾ ਸਮਾਜ ਪੜ੍ਹੇ ਲਿਖੇ ਦਿਨ ਰਾਤ ਤਰੱਕੀ ਕਰੇ। ਜੈ ਵਾਲਮੀਕੀ ਹਰ ਹਰ ਇਹ ਨਗਰ ਕੀਰਤਨ ਅੱਜ ਪੂਰੇ ਪੰਜਾਬ ਦੇ ਵਿੱਚ ਬੜੀ ਧੂਮਧਾਮ ਨਾਲ ਹਰ ਇਲਾਕੇ ਵਿੱਚ ਕੱਢਿਆ ਜਾ ਰਿਹਾ ਹੈ। 24ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਲਗਾਤਾਰ ਇੱਥੇ ਦੇ ਜਿਹੜੇ ਵਸਿੰਦੇ ਨੇ ਨਗਰ ਨਿਵਾਸੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਨਗਰ ਕੀਰਤਨ ਹੈ ਇਹ ਇੱਕ ਨਿਵੇਕਲਾ ਰੂਪ ਲੈ ਚੁੱਕਿਆ ਹੈ। ਇਸ ਨਗਰ ਕੀਰਤਨ ਦੇ ਵਿੱਚ ਸਾਰੇ ਹੀ ਜਵਾਹਰ ਨਗਰ ਕੈਂਪ ਦੇ ਮਹੱਲਾ ਨਿਵਾਸੀ ਪੂਰੀ ਧੂਮਧਾਮ ਦੇ ਨਾਲ ਸ਼ਰਧਾ ਦੇ ਨਾਲ ਬੱਚਿਆਂ ਸਮੇਤ ਭਾਗ ਲੈਂਦੇ ਨੇ ਤੇ ਨਿਰਵਿਘਨ ਲਗਾਤਾਰ ਇਹ 24ਵੇਂ ਸਾਲ 'ਚ ਪ੍ਰਵੇਸ਼ ਕਰ ਚੁੱਕਿਆ ਹੈਗਾ ਤੇ ਇਹਨਾਂ ਆਸਾਂ ਉਮੀਦਾਂ ਦੇ ਨਾਲ ਕਿ ਅਸੀਂ ਜਿਹੜਾ 25ਵਾਂ ਨਗਰ ਕੀਰਤਨ ਮਨਾਵਾਂਗੇ ਉਹਦੇ ਵਿੱਚ ਹੋਰ ਹਰਸ਼ੋਲਾਸ ਹੋਵੇਗਾ। ਅਜਰ ਅਮਰ ਤੇਰਾ ਕਾਲਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਮਿਹਰ ਬਣੀ ਰਹੇਗੀ ਤੇ ਜਿਹੜੀ ਇਹ ਕਰੋਨਾ ਮਹਾਮਾਰੀ ਹੈ ਉਹ ਤੋਂ ਸੰਸਾਰ ਛੁਟਕਾਰਾ ਪਾਏਗਾ। ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਵਿੱਚ ਅਲੱਗ-ਅਲੱਗ ਸਮਾਗਮ ਕੀਤੇ ਜਾ ਰਹੇ ਆ। ਮੈਂ ਅੱਜ ਦੇ ਦਿਨ ਤੇ ਲੁਧਿਆਣਾ ਭਲਾਈ ਮੰਚ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਇਹੀ ਬੇਨਤੀ ਕਰਦਾ ਲੋਕਾਂ ਨੂੰ ਜੋ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਬੁਰਾਈ ਦੇ ਖਿਲਾਫ ਜੋ ਸਮਾਜ ਦੇ ਵਿੱਚ ਬੁਰਾਈਆਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਸੀ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਪ੍ਰੇਰਨਾ ਸੀ ਉਹਦੇ 'ਤੇ ਚੱਲਣਾ ਚਾਹੀਦਾ। ਜਿਹੜੀਆਂ ਸਮਾਜ 'ਚ ਬੁਰਾਈਆਂ ਨੇ ਕਿਉਂਕਿ ਸਮਾਜ ਹੀ ਆ ਜਿਹੜੀਆਂ ਕਿ ਮੈਂ ਸਮਝਦਾ ਨੀਹਾਂ ਰੱਖਦਾ ਜਾਂਦਾ ਵਾ ਚਾਹੇ ਉਹ ਬੁਰਾਈਆਂ ਤੇ ਛਾਈਆਂ ਦੀਆਂ ਹੋਣ। ਸ੍ਰਿਸ਼ਟੀਕਰਤਾ ਰਾਮਾਇਣ ਰਚੈਤਾ ਮਾਤਾ ਸੀਤਾ ਰੱਖਿਅਕ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਜੋ ਪੂਰੇ ਦੇਸ਼ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਲੁਧਿਆਣਾ ਭਲਾਈ ਮੰਚ ਵੱਲੋਂ ਲੁਧਿਆਣਾ ਭਲਾਈ ਮੰਚ ਦੇ ਸਮੂਹ ਪਰਿਵਾਰ ਵੱਲੋਂ ਅੱਜ ਦੇ ਇਸ ਪਾਵਨ ਸ਼ੁਭ ਦਿਹਾੜੇ ਤੇ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੁਹੱਲਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਸਾਨੂੰ ਸਭ ਨੂੰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਜੋ ਪਾਵਨ ਕਲਮ ਬਖਸ਼ੀ ਹੈ ਉਹਨੂੰ ਗ੍ਰਹਿਣ ਕਰਕੇ ਸਾਨੂੰ ਜਿਹੜੀ ਆ ਪੜ੍ਹਾਈ ਕਰਨੀ ਚਾਹੀਦੀ ਹੈ। ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਮੈਂ ਬਲਵਿੰਦਰ ਡੁਲਗਚ ਵਾਈਸ ਪ੍ਰਧਾਨ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੋਂ ਤੇ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਤੋਂ ਮੈਂ ਪੂਰੇ ਭਾਰਤ ਵਾਸੀਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਾ ਵਾਂ ਤੇ ਮੈਂ ਅੱਜ ਜਵਾਹਰ ਨਗਰ ਕੈਂਪ ਵਾਰਡ ਨੰਬਰ 68 ਵਿੱਚ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਦਾ ਇੱਕ ਸਤਸੰਗ ਵੀ ਰੱਖਿਆ ਜਿਸ ਵਿੱਚ ਸ਼ਹਿਰ ਦੀਆਂ ਨਾਮੀ ਸ਼ਖਸੀਆਂ ਪਹੁੰਚੀਆਂ ਵਾ ਤੇ ਮੈਂ ਉਹਨਾਂ ਦਾ ਪਹੁੰਚਣ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਤੇ ਮੈਂ ਇੱਕ ਵਾਰ ਫਿਰ ਪੂਰੇ ਭਾਰਤ ਵਾਸੀਆਂ ਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀ ਬਹੁਤ ਬਹੁਤ ਮੁਬਾਰਕ। ਜੈ ਵਾਲਮੀਕੀ ਹਰ ਹਰ ਵਾਲਮੀਕੀ। ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਲੁਧਿਆਣਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਜਯੰਤੀ ਦੀ ਬਹੁਤ ਬਹੁਤ ਵਧਾਈ ਔਰ ਭਗਵਾਨ ਵਾਲਮੀਕੀ ਸਭ ਤੇ ਕਿਰਪਾ ਬਣਾਏ ਰੱਖੇ ਸਾਰਿਆਂ ਦਾ ਜੀਵਨ ਸੁਖ ਖੁਸ਼ਹਾਲ ਹੋਵੇ ਇਹੀ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਆ ਕਿਉਂਕਿ ਉਹਨਾਂ ਦਾ ਜੀਵਨ ਇੱਕ ਐਸਾ ਜੀਵਨ ਨਿਕਲਿਆ ਜਿਨ੍ਹਾਂ ਨੇ ਸਾਨੂੰ ਇੱਕ ਐਸੇ ਰਾਮ ਜੀ ਦੀ ਜਿਹੜੀ ਜੀਵਨੀ ਤੇ ਅੱਜ ਵੀ ਅਸੀਂ ਉਸ ਰਾਮ ਜੀ ਦੀ ਜੀਵਨੀ ਨੂੰ ਲੈ ਕੇ ਪੁਸਤਾਂ ਦਰ ਪੁਸਤਾਂ ਉਹ ਪੜ੍ਹਦੇ ਆ ਰਹੇ ਆ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਗਰਾਉਂ ਦੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਮੌਕੇ ਫੁੱਲਾਂ ਦੇ ਨਾਲ ਸਜੀ ਪਾਲਕੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਪੰਜ ਪਿਆਰਿਆਂ ਦੇ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਨੌਜਵਾਨਾਂ ਦੇ ਵੱਲੋਂ ਗੱਤਕਾ ਦੇ ਵੀ ਜੋਹਰ ਦਿਖਾਏ ਗਏ। ਦੁਨੀਆ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬਹੁਤ ਵੱਡੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ। ਅੱਜ ਆਪਾਂ ਦੇਖਿਆ
ਜਿਸ ਤਰ੍ਹਾਂ ਕਿਰਾ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਵਰੋਸਾਈ ਉਸ ਧਰਤੀ ਤੇ ਉਸ ਨਗਰੀ ਤੇ ਜਿਸ ਤਰ੍ਹਾਂ ਗੁਰਦੁਆਰਾ ਕਮੇਟੀ ਸੰਗਤਾਂ ਬਹੁਤ ਉਤਸ਼ਾਹ ਨਾਲ ਤੇ ਬੜੇ ਲੌਕਿਕ ਢੰਗ ਨਾਲ ਮਨਾਇਆ ਜਾ ਰਿਹਾ, ਹਰ ਸਾਲ ਮਨਾਇਆ ਜਾਂਦਾ। ਇਵੇਂ ਹੀ ਸਾਡੀਆਂ ਜਗਰਾਉਂ ਨਗਰ ਦੀਆਂ ਸਮੁੱਚੀਆਂ ਸੰਗਤਾਂ ਗੁਰੂ ਰਾਮਦਾਸ ਸਾਹਿਬ ਦੇ ਪਾਤਸ਼ਾਹ ਦੇ ਨਾਮ ਦੇ ਨਾਲ ਜਿਹੜੇ ਜੁੜੇ ਗੁਰਦੁਆਰਾ ਗੁਰੂ ਰਾਮਦਾਸ ਗੁਰਦੁਆਰਾ ਸਾਹਿਬ, ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਰੇ ਇਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਇੱਥੇ ਉਤਸ਼ਾਹ ਨਾਲ ਪਹੁੰਚੀਆਂ। ਖਾਸ ਤੌਰ ਤੇ ਨੌਜਵਾਨ ਪੀੜ੍ਹੀਆਂ ਸਾਰੇ ਵੱਡੀ ਗਿਣਤੀ ਵਿੱਚ ਪਹੁੰਚੇ ਆ। ਜਿਹੜਾ ਇਹ ਨਗਰ ਕੀਰਤਨ ਵਧੀਆ ਕੀਤਾ ਜਾ ਰਿਹਾ, ਕੱਲ੍ਹ ਨੂੰ ਕੀਰਤਨ ਦਰਬਾਰ ਵੀ ਹੋਣਾ। ਸੋ ਸਮੁੱਚੀਆਂ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਤਮਸਤਕ ਹੋਈਆਂ, ਉਹਨਾਂ ਦੇ ਚਰਨਾਂ ਵਿੱਚ ਇਹ ਜਿਹੜੀ ਭੇਟ ਕਰ ਰਹੀਆਂ, ਇਸ ਨਗਰ ਕੀਰਤਨ ਵਿੱਚ ਜੁੜ ਕੇ ਨਾਮ ਬਾਣੀ ਦਾ ਜਾਪ ਕਰ ਰਹੀਆਂ। ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਅਗਵਾੜ ਗੁਜਰਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ ਹੈ, ਜਿਸ ਦੀਆਂ ਸਭ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਅਮਰੀਕ ਸਿੰਘ ਚਾਵਲਾ ਪ੍ਰਧਾਨ ਜੀ, ਜਤਿੰਦਰ ਸਿੰਘ ਜੀ ਚੱਢਾ ਅਤੇ ਅਮਰਜੀਤ ਸਿੰਘ ਬਰਾਏ ਅਤੇ ਯੂਥ ਅਕਾਲੀ ਆਗੂ ਦੀਪਿੰਦਰ ਸਿੰਘ ਭੰਡਾਰੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। 3 ਦਿਨਾਂ ਸਮਾਗਮ ਜਿਹੜੇ ਹੈ ਕੱਲ੍ਹ ਤੋਂ ਆਰੰਭ ਨੇ। ਅੱਜ ਨਗਰ ਕੀਰਤਨ ਹੈ, ਕੱਲ੍ਹ ਜਿਹੜਾ ਹੈ ਉਹ ਮਹਾਨ ਸਮਾਗਮ ਹੋਵੇਗਾ, ਜਿਸ ਵਿੱਚ ਪਿਛਲੇ 1 ਮਹੀਨੇ ਤੋਂ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਨਵੇਂ ਤੇ ਟ੍ਰੈਂਡੀ ਫੈਸ਼ਨ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਪੂਜਾ ਮਾਗੋ ਸਟੋਰ ਵੱਲੋਂ ਦ ਨਿਊ ਏਜ ਸਿੰਡਰੈਲਾ ਦੇ ਰੂਪ ਦੇ ਵਿੱਚ ਇੱਕ ਕਲੈਕਸ਼ਨ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਬਾਲੀਵੁੱਡ ਫੇਮ ਫੈਸ਼ਨ ਸਟਾਈਲਿਸਟ ਭਾਵਨਾ ਸਿੰਘ ਪਹੁੰਚੇ ਤੇ ਇਸ ਦੌਰਾਨ ਨਵੇਂ ਫੈਸ਼ਨ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। गुरु साहिबान खिलाफ गलत शब्दावली वाली ऑडियो सोशल मीडिया ते हो रही वायरल। सिख संगठनां च पाया जा रहा रोस। पुलिस कमिश्नर दफ्तर बाहर दिता धरना। साइकिल इंडस्ट्री ते इनकम टैक्स दा छापा। कारोबारियां दियां घरां ते फैक्ट्रियां ते मारी रेट। कंप्यूटर लैपटॉप ते बिलां दी भी कीती जांच। CBSE ने पंजाबी भाषा नूं कढिया सिलेबस चों बाहर। प्रगट सिंह ने केंद्र दे इस फैसले दी कीती निखेधी। कहा पंजाबी नूं सिलेबस तो बाहर करना निंदणयोग। हरसिमरत बादल दा लुधियाना दौरा। गुरुद्वारा शहीदा साहिब विखे नतमस्तक होए हरसिमरत बादल। शहर वासियां दे नाल कीता राबता कायम। श्री गुरु अमरदास जी के प्रकाश पुरब दीआं तैयारियां। प्रकाश पुरब मौके सजाया गया विशाल नगर कीर्तन। फुल्लां दे नाल सजाई गई पालकी। द न्यू एज सिंडरैला कलैक्शन हुई लॉन्च। स्टाइलिस्ट भावना ने दिते फैशन टिप्स। नवे ते ट्रेंडी फैशन तो करवाया जाणू। फिलहाल लुधियाना खबरनामा च इन्ना ही। मैनूं दो इजाजत। धन्नवाद।